ਲੁਧਿਆਣਾ ਖਬਰਨਾਮਾ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਰੋਸ਼ਨੀ ਤੇ ਹੁਣ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ। पंजाब विच तेरे तलाक का पहला मामला आया सामने। खन्ना च मुस्लिम परिवार ने की शिकायत। तेरे तलाक दीआं धारावां तहत मामला दर्ज। सहुरे परिवार ने कार दी कीती सी मंग। कैप्टन अमरिंदर सिंह ते वरे शमशेर सिंह दुल्लो कहा कि कैप्टन ने भ्रिष्ट मंत्री बख्शे क्यों। कहा कि कैप्टन की छत्र छाया च हो रहा सी भ्रिष्टाचार। हल्का आतमनगर के विधायक कुलवंत सिंह सिद्धू ने किया केंद्रीय जेल का दौरा। कैदियों लई दवाइयां करवाइयां मुहैया। किसान जथेबंदियों की हुई अहम बैठक। शहीदों के परिवारों को नौकरी ते मुआवजे देने की कीती गलबात। दस्सिया कि किसानों की 8 जून को होगी कौमी मीटिंग। देश भर दी जथेबंदियां होणगियां शामिल। ਹੁਣ ਖਬਰਾਂ ਵਿਸਤਾਰ ਨਾਲ। ਕਾਗਜ਼ ਦੇ 3 ਵਾਰ ਤਲਾਕ ਲਿਖ ਕੇ ਪਤਨੀ ਨੂੰ ਛੱਡਣ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ। ਪੰਜਾਬ 'ਚ ਮੁਸਲਿਮ ਵੂਮਨ ਪ੍ਰੋਟੈਕਸ਼ਨ ਆਫ ਰਾਈਟਸ ਔਨ ਮੈਰਿਜ ਐਕਟ 2019 ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ। ਦੱਸ ਦਈਏ ਕਿ ਪੰਜਾਬ ਵਿੱਚ ਪਹਿਲਾ ਕੇਸ ਦਰਜ ਕੀਤਾ ਗਿਆ। ਇਹ ਕੇਸ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੂਬੇ 'ਚ ਰਹਿੰਦੇ ਇੱਕ ਮੁਸਲਿਮ ਪਰਿਵਾਰ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ। ਜਾਣਕਾਰੀ ਮੁਤਾਬਕ ਮੁਸਲਿਮ ਪਰਿਵਾਰ ਨਾਲ ਸੰਬੰਧਿਤ ਯੂਸਫ ਦੇ 3 ਪੁੱਤਰ ਅਤੇ 3 ਧੀਆਂ ਸਨ। ਉਹ ਪਿੰਡ ਕੂਬੇ ਦੇ ਖੇਤਾਂ 'ਚ ਪਰਿਵਾਰ ਸਮੇਤ ਬੱਕਰੀਆਂ ਅਤੇ ਮੱਝਾਂ ਨਾਲ ਪਾਲ ਕੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ। ਯੂਸਫ ਨੇ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਇਸ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ की है। ये पर्चा यूसुफ के बयान पे बेसिकली दर्ज हुआ है। ये कुबा पिंड समराला के रहने वाले हैं। इन्होंने एलिगेशन लगाया था 4 लोगों के खिलाफ। उस एलिगेशन के तहत इंक्वायरी करने के बाद और डी लीगल का ओपिनियन लेने के बाद बेसिकली 2 सेक्शन में पर्चा दर्ज हुआ है। एक है आपका 498A और दूसरा है सेक्शन 4 ऑफ द मुस्लिम वुमेन प्रोटेक्शन ऑफ राइट्स ऑन मैरिज एक्ट 2019। ये बेसिकली जो एक्ट है नवा एक्ट है, 2019 का एक्ट है। इसलिए CCTNS में ये इस एक्ट का जिक्र भी नहीं है। इसलिए बाकायदा हमने ADGP टेक्निकल सर्विसेज को हमने लेटर लिखा है सर को कि इस एक्ट को CCTNS में इंक्लूड कराया जाए। पब्लिक पूरे पंजाब में ये पहला पर्चा है द मुस्लिम वुमेन प्रोटेक्शन ऑफ राइट ऑफ मैरिज एक्ट 2019 के तहत। ਸਾਡੇ ਕੋਲ ਮਦਈ ਯੂਸਫ ਸਨ ਇਸਮਾਇਲ ਵਾਸੀ ਪਿੰਡ ਕੁੱਬਾ ਥਾਣਾ ਸਮਰਾਲਾ ਇਹਨਾਂ ਨੇ ਕੰਪਲੇਂਟ ਦਿੱਤੀ ਸੀ SSP ਸਾਹਿਬ ਨੂੰ। ਉਹਦੀ ਪੜਤਾਲ ਕੀਤੀ ਹੈ ਸ਼੍ਰੀਮਾਨ DSP ਸਾਹਿਬ ਨੇ। ਉਹ ਹੈਗੀ ਸੀ ਖਿਲਾਫ ਦੋਸ਼ੀ ਗੁਲਜ਼ਾਰ ਸਿੰਘ ਮਲੇਠੀ ਸਕੀਨਾ ਵਗੈਰਾ ਦੇ ਖਿਲਾਫ। ਉਹ ਬਾਅਦ ਪੜਤਾਲੇ ਮੁਕੱਦਮਾ ਨੰਬਰ 99 ਮਿਤੀ 24/5/2022 ਅੰਡਰ ਸੈਕਸ਼ਨ 498A IPC 4 ਮੁਸਲਿਮ ਵੂਮਨ ਪ੍ਰੋਟੈਕਸ਼ਨ ਆਫ ਰਾਈਟ ਐਕਟ ਦੇ ਥਰੂ ਦਰਜ ਹੋਇਆ। ਇਹਦੀ ਤਫਤੀਸ਼ ਹੁਣ SP ਸਤਨਾਮ ਸਿੰਘ ਕਰ ਰਿਹਾ ਤੇ ਦੋਸ਼ੀ ਅਜੇ ਫਰਾਰ ਹੈ। ਕੁਝ ਕੁ ਦਿਨਾਂ 'ਚ ਫੜ ਕੇ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਾਂਗੇ। ਮੁੰਡੇ ਵਾਲੇ ਕੁਛ ਤਾਂ ਹੈਗੇ ਮਨਾਲੀ ਵਗੈਰਾ ਦੇ ਰਹਿਣ ਵਾਲੇ, ਕੁਛ 1-2 ਪਰਸਨ ਇੱਥੇ ਵੀ ਰਹਿੰਦੇ। ਵਿਆਹ ਤੋਂ ਬਾਅਦ 498 ਲੱਗੀ ਹੈ ਜੀ। ਫਿਰ ਇਹਦੇ ਵਿੱਚ 3 ਤਲਾਕ ਦਾ ਉਹਨਾਂ ਨੇ ਇੱਕ ਕਾਗਜ਼ ਪੇਸ਼ ਕੀਤਾ ਸੀ ਜਿਹੜਾ ਮਿਸਲ ਦੇ ਨਾਲ ਲੱਭ ਕੀਤਾ। ਉਹ ਤੋਂ ਬਾਅਦ DA ਲੀਗਲ ਤੋਂ ਰਾਏ ਲੈ ਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਬੈਂਡ ਹੈ ਉਹ, ਇਹ DA ਲੀਗਲ ਸਾਹਿਬ ਦੀ ਰਾਏ ਨਾਲ ਨੱਥੀ ਹੈ ਮਿਸਲ ਤੇ। ਠੀਕ ਹੈ, ਤਫਤੀਸ਼ ਜਾਰੀ ਹੈ। ਇਹ ਉਰਦੂ ਭਾਸ਼ਾ 'ਚ ਲਿਖਿਆ ਵਾ ਜੀ। ਇਹਦਾ ਉੱਥਾ ਵੀ ਕਰਾਇਆ ਗਿਆ। ਸਾਡਾ ਜੀ ਹੁਣ ਇਸ ਗੱਲ ਦਾ ਸਾਨੂੰ ਇਨਸਾਫ ਚਾਹੀਦਾ ਜਿਹੜਾ ਸਾਡੇ ਨਾਲ ਧੱਕਾ ਹੋਇਆ। ਇਹ ਤਲਾਕਾਂ ਕਰਕੇ ਸਾਡਾ ਵਿਆਹ ਹੋਇਆ ਸੀ। 3 ਸਾਲ ਮੈਨੂੰ ਘਰੇ ਰੱਖ ਕੇ ਉਹਨਾਂ ਨੇ ਅੱਜ ਆਪਣੀ ਭੂਆ ਦੀ ਕੁੜੀ ਨਾਲ ਵਿਆਹ ਕਰਾ ਲਿਆ। ਹਾਂਜੀ, ਇਸ ਗੱਲ ਦਾ ਸਾਨੂੰ ਇਨਸਾਫ ਚਾਹੀਦਾ। ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋ ਨੇ ਕਿਹਾ ਕਿ ਪੰਜਾਬ ਵਿੱਚ VIP ਸਿਕਿਉਰਿਟੀ ਵਿੱਚ ਕਟੌਤੀ ਕੀਤੇ ਜਾਣ ਦੇ ਮਾਮਲੇ ਤੇ ਉਹਨਾਂ ਕਈ ਵਾਰ ਖੁਦ ਵੀ ਇਸ ਵਾਰ ਸੰਬੰਧੀ ਚਿੱਠੀ ਲਿਖ ਚੁੱਕੇ ਨੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਭ੍ਰਿਸ਼ਟ ਮੰਤਰੀਆਂ ਦੇ ਨਾਂ ਤੇ ਦੱਸਣ ਦੀ ਅੱਜ ਵੀ ਕੋਈ ਜ਼ਰੂਰਤ ਪਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਉਹਨਾਂ ਭ੍ਰਿਸ਼ਟ ਮੰਤਰੀਆਂ ਤੇ ਨਕੇਲ ਕੱਸਣੀ ਚਾਹੀਦੀ ਸੀ। ਉਹਨਾਂ ਦੇ ਛਤਰ ਛਾਇਆ ਤੇ ਹੀ ਮੰਤਰੀਆਂ ਨੇ ਭ੍ਰਿਸ਼ਟਾਚਾਰ 'ਚ ਲਿਪਤ ਰਹੇ ਹੈ। ਔਰ ਸਾਡੇ ਵਕਤ 'ਚ ਵੀ ਮੈਂ ਵੀ ਕਈ ਵਾਰੀ DGP ਨੂੰ ਵੀ ਲਿਖਿਆ, ਪਿਛਲੇ ਸਮੇਂ 'ਚ ਮੁੱਖ ਮੰਤਰੀ ਨੂੰ ਵੀ ਲਿਖਿਆ ਕਿ ਜਿਹੜੀ ਸਿਕਿਉਰਿਟੀ ਹੈ ਰੈਸ਼ਨਲਾਈਜ਼ ਹੋਣੀ ਚਾਹੀਦੀ ਹੈ, ਪੋਲੀਟੀਕਲ ਆਦਮੀਆਂ ਦੀ ਵੀ ਔਰ ਪੁਲਿਸ ਆਫੀਸਰਾਂ ਦੀ ਵੀ, IVS ਅਫਸਰ ਜਾਂ ਹੋਰ ਜਿਹੜੇ ਆਫੀਸਰ ਈਵਨ ਜੁਡੀਸ਼ਰੀ ਆ। ਕੈਪਟਨ ਸਾਹਿਬ ਜੀ
ਇਹ ਤਾਂ ਸਾਰਾ ਕੁਝ ਕੈਪਟਨ ਸਾਹਿਬ ਦੀ ਛੱਤਰ ਛਾਇਆ ਜੀ ਹੁੰਦਾ ਰਿਹਾ। ਜਿਹੜੇ ਮਿਨਿਸਟਰ MLA ਕਰਪਸ਼ਨ ਕਰਦੇ ਸੀ, ਮਾਫੀਆ ਜੱਟੀ ਹੈ ਜੀ, 13 ਗੈਰ ਕਾਨੂੰਨੀ ਡਿਸਟਿਲਰੀਆਂ ਫੜੀਆਂ ਗਈਆਂ, 4 ਪਟਿਆਲੇ 'ਚ, ਜਿੱਥੇ ਇਹਨਾਂ ਦਾ ਆਪਣਾ ਪਰਿਵਾਰ ਜਿਹੜਾ MP ਹੈ, ਆਪ ਉੱਥੋਂ ਤੋਂ MLA ਹੈ ਜੀ। ਗੈਰ ਕਾਨੂੰਨੀ ਡਿਸਟਿਲਰੀਆਂ ਚੱਲਦੀਆਂ ਸੀ, ਉਹ ਬਿਨਾਂ ਕੈਪਟਨ ਦੀ ਛੱਤਰ ਛਾਇਆ ਤੋਂ ਤਾਂ ਨਹੀਂ ਚੱਲਦੀਆਂ ਸੀ। ਹਲਕਾ ਆਤਮ ਨਗਰ ਤੋਂ ਵਿਧਾਇਕ ਸਰਦਾਰ ਕੁਲਵੰਤ ਸਿੰਘ ਸਿੱਧੂ ਵੱਲੋਂ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਗਿਆ। ਹਵਾਲਾਤੀਆਂ ਤੇ ਕੈਦੀਆਂ ਦੇ ਲਈ ਲੋੜੀਂਦੀਆਂ ਦਵਾਈਆਂ ਦੀ ਵੀ ਮੁਹੱਈਆ ਕਰਵਾਈਆਂ ਗਈਆਂ। ਉਹਨਾਂ ਆਪਣੇ ਇਸ ਦੌਰੇ ਤੇ ਹਵਾਲਾਤੀਆਂ ਤੇ ਕੈਦੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਅਤੇ ਮੌਕੇ ਤੇ ਹੀ ਜੇਲ੍ਹ ਅਧਿਕਾਰੀਆਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਤੁਰੰਤ ਕਰਨ ਦੇ ਹੁਕਮ ਜਾਰੀ ਕੀਤੇ ਨੇ। ਕੈਦੀਆਂ ਵਾਸਤੇ ਜਿਹੜੀਆਂ ਨੇ ਉਹਨਾਂ ਦੀਆਂ ਰੋਜ਼ਮਰਰਾ ਦੀਆਂ ਜਿਹੜੀ ਦਵਾਈਆਂ ਦੀ ਜ਼ਰੂਰਤ ਹੁੰਦੀ ਹੈ, ਉਹਨੂੰ ਪੂਰਾ ਕਰਨ ਲਈ ਅਸੀਂ ਜਿਹੜੀਆਂ ਕਿੱਟ ਬਣਵਾ ਕੇ ਲਏ, ਜਿਹਦੇ ਵਿੱਚ ਐਲਰਜੀ ਦੀਆਂ ਦਵਾਈਆਂ, ਉਲਟੀਆਂ ਦੀਆਂ, ORH ਤੇ ਹੋਰ ਜਿਹੜੀ ਵੀ ਉਹਨਾਂ ਨੂੰ ਕੋਈ ਦਰਦਨਾਸ਼ਕ ਦਵਾਈਆਂ ਦੀ ਜ਼ਰੂਰਤ ਹੁੰਦੀ ਹੈ, ਉਹ ਮਤਲਬ ਅਸੀਂ ਅੱਜ ਲੈ ਕੇ ਪਹੁੰਚੇ ਹਾਂ। ਤੇ ਮੈਂ ਸਮਝਦਾ ਵੀ ਕਈ ਮਜਬੂਰੀ ਬਸ ਜੇਲ੍ਹ 'ਚ ਆ ਜਾਂਦੇ ਨੇ, ਕੋਈ ਇੱਜ਼ਤ ਦੀ ਖਤਰ ਹੋ ਜਾਂਦਾ, ਤੇ ਬਾਕੀ ਪਰਮਾਤਮਾ ਦੇ ਹੱਥ ਵਿੱਚ ਹੁੰਦਾ। ਜੇ ਕੋਈ ਗਲਤ ਕੰਮ ਉਹਨਾਂ ਦੇ ਹੱਥੋਂ ਹੋਇਆ ਹੋਵੇ, ਉਹਨਾਂ ਨੇ ਜਿਹੜਾ ਆਪਣਾ ਸਮਾਂ ਇੱਥੇ ਬਤੀਤ ਕਰਨਾ। ਤੇ ਮੈਂ ਸਾਰੇ ਕੈਦੀ ਜਿੰਨੇ ਪੰਜਾਬ ਦੇ ਨੇ ਜਾਂ ਜੇਲ੍ਹਾਂ 'ਚ ਬੰਦ ਨੇ, ਉਹਨਾਂ ਨੂੰ ਇਹੀ ਬੇਨਤੀ ਕਰਦਾ ਵੀ ਆਪਾਂ ਮੁੱਖ ਧਾਰਾ ਵਿੱਚ ਰਹਿ ਕੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਜਿਹੜਾ ਆਪਣਾ ਜੀਵਨ ਸੁਧਾਰਨ ਦਾ ਯਤਨ ਕਰੀਏ। ਕੁਛ ਮੈਡੀਸਿਨ ਦੀ ਜ਼ਰੂਰਤ ਸੀਗੀ ਹਸਪੀਟਲ ਦੇ ਵਿੱਚ, ਤੇ ਉਹ ਮੈਡੀਸਿਨ ਦੀ ਕਿੱਟਾਂ ਜਿਹੜੀਆਂ ਸਾਡੇ ਬੰਦੀ ਵੀਰਾਂ ਵਾਸਤੇ ਲੈ ਕੇ ਆਏ ਆ। ਸੋ MLA ਸਾਹਿਬ ਦਾ ਬਹੁਤ ਧੰਨਵਾਦ ਹੈ ਜੀ। ਸਾਨੂੰ ਜਿਹੜੀਆਂ ਮੈਡੀਸਿਨ ਰੋਜ਼ਮਰਰਾ ਦੀ ਜ਼ਰੂਰਤ ਵਿੱਚ ਆਉਂਦੀਆਂ ਤੇ ਲੋੜ ਹੁੰਦੀ ਹੈ, ਤੇ ਉਹਨਾਂ ਦਾ ਉਹ ਦੇ ਕੇ ਗਏ। ਕਿੰਨੇ ਬੰਦਿਆਂ ਨੂੰ ਮੈਡੀਸਿਨ ਦੇ ਰਹੇ? ਨਹੀਂ, ਇਹ ਕਿਟਸ ਲੈ ਕੇ ਆਏ ਆ, ਤੇ ਅਸੀਂ ਹੁਣ ਦੇਖਦੇ ਹਾਂ ਵੀ ਕਿੰਨੀਆਂ ਕਿਟਸ ਨੇ ਤੇ ਕਿੰਨੇ ਨੂੰ ਉਹ ਅੱਗੇ। ਲੁਧਿਆਣਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਰਕਟ ਹਾਊਸ ਵਿੱਚ ਪੱਤਰਕਾਰ ਵਾਰਤਾ ਕੀਤੀ ਅਤੇ ਇਸ ਮੌਕੇ ਕਾਰੋਬਾਰੀ ਅਤੇ ਕਈ ਸਿਆਸੀ ਪਾਰਟੀਆਂ ਦੇ ਆਗੂ ਵੀ ਪਾਰਟੀ ਵਿੱਚ ਸ਼ਾਮਲ ਹੋਏ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸੰਗਰੂਰ ਦੇ ਲੋਕ ਸਭਾ ਦੇ ਜਿਮਨੀ ਚੋਣਾਂ ਲੜਨਗੇ ਅਤੇ ਉਹਨਾਂ ਦਾ ਵੱਧ ਤੋਂ ਵੱਧ ਲੋਕਾਂ ਵੱਲੋਂ ਸਮਰਥਨ ਕੀਤਾ ਜਾਵੇ, ਜਿਸ ਦੀ ਉਹਨਾਂ ਵੱਲੋਂ ਅਪੀਲ ਕੀਤੀ ਗਈ ਅਤੇ ਉਹਨਾਂ ਨੇ ਕਿਹਾ ਕਿ ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਆੜੇ ਹੱਥੀ ਲਿਆ। ਬਹੁਤ ਸਾਡੀ ਪਾਰਟੀ ਨੂੰ ਖੁਸ਼ੀ ਹੈ ਜਿਹੜਾ ਸਾਡੇ ਜ਼ਿਲ੍ਹੇ ਦੇ ਜਥੇਦਾਰ ਚੀਮਾ ਸਾਹਿਬ ਨੇ ਇੰਨੀ ਮਿਹਨਤ ਦੇ ਨਾਲ ਸਰਦਾਰ ਗੁਰਚਰਨ ਸਿੰਘ ਜਿਹੜੇ ਇੱਥੋਂ ਦੇ ਇੰਡਸਟਰੀਅਲਿਸਟ ਹੈ, ਉਹਨਾਂ ਨੂੰ ਪਾਰਟੀ ਦੇ ਵਿੱਚ ਲੈ ਕੇ ਆਂਦਾ। ਇਹ ਤੋਂ ਪਹਿਲਾਂ ਚੀਮਾ ਸਾਹਿਬ ਤੇ ਜਸਕਰਨ ਸਿੰਘ ਜੀ ਨੇ ਜਨਾਬ ਕ੍ਰਿਸ਼ੀ ਸਾਹਿਬ ਨੂੰ ਪਾਰਟੀ ਦੇ ਵਿੱਚ ਲਿਆਂਦਾ। ਜਿਹੜੇ ਦੋਨੋਂ ਸੱਜਣ ਸਾਡੇ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਸ਼ਾਮਲ ਹੋਏ ਹੈ, ਇਹਦੇ ਨਾਲ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਣਾ ਹੈ। ਲੁਧਿਆਣਾ ਵਿੱਚ ਕਿਸਾਨ ਜਥੇਬੰਦੀਆਂ ਦੀ ਅਹਿਮ ਬੈਠਕ ਹੋਈ। ਹਾਲਾਂਕਿ ਬੈਠਕ ਵਿੱਚ ਕੋਈ ਵੀ ਨਤੀਜਾ ਸਾਫ਼ ਤੌਰ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਪਸ਼ਟ ਨਹੀਂ ਕੀਤਾ ਗਿਆ। ਪ੍ਰੈਸ ਕਾਨਫਰੰਸ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਦੇ ਦਿੱਲੀ ਤੋਂ ਆਏ ਲੀਡਰ ਯੋਗਿੰਦਰ ਯਾਦਵ ਤੇ ਰਾਕੇਸ਼ ਟਿਕੈਤ ਵਾਪਸ ਚਲੇ ਗਏ ਅਤੇ ਕੁਝ ਮੁੱਦਿਆਂ ਤੇ ਹੀ ਮੀਡੀਆ ਨਾਲ ਗੱਲਬਾਤ ਕੀਤੀ ਗਈ ਅਤੇ 8 ਜੂਨ ਨੂੰ ਕਿਸਾਨ ਜਥੇਬੰਦੀਆਂ ਦੀ ਕੌਮੀ ਮੀਟਿੰਗ ਹੋਣ ਜਾ ਰਹੀ ਹੈ, ਜਿਸ ਵਿੱਚ ਪੂਰੇ ਦੇਸ਼ ਭਰ ਦੀਆਂ ਜਥੇਬੰਦੀਆਂ ਸ਼ਾਮਲ ਹੋਣਗੀਆਂ। ਦੇਖੋ, ਜਿਹੜੇ ਸਾਡੇ ਨੈਸ਼ਨਲ ਲੈਵਲ ਦੇ ਆਗੂ ਸਾਹਿਬਾਨ ਆਏ ਸੀਗੇ, ਅੱਜ ਦੀ ਮੀਟਿੰਗ ਦਾ ਮੇਨ ਏਜੰਡਾ ਸੀਗਾ ਕਿ ਪਿਛਲੇ ਸਮਿਆਂ ਦੇ ਦੌਰਾਨ ਕੁਝ ਜਥੇਬੰਦੀਆਂ ਪੋਲਿਟਿਕਸ ਵੱਲ ਚਲੀਆਂ ਗਈਆਂ, ਕੁਝ ਜਥੇਬੰਦੀਆਂ ਦੇ ਉੱਤੇ ਸਾਡੇ ਆਮ ਮਤਲਬ ਜਿਹੜੀਆਂ ਜਥੇਬੰਦੀਆਂ ਦੀ ਇਸ ਗੱਲ ਦੀ ਨਾਰਾਜ਼ਗੀ ਸੀਗੀ ਕਿ ਇਹਨਾਂ ਨੇ ਸਰਕਾਰ ਨੂੰ ਬੈਕਡੋਰ ਤੋਂ ਕੋਈ ਚਿੱਠੀ ਪੱਤਰ ਲਿਖਿਆ ਗਿਆ। ਉਹ ਸਾਰੀਆਂ ਗੱਲਾਂ ਸੀਗੀਆਂ ਔਰ ਉਹਨਾਂ ਨਾਲੋਂ ਇੱਕ ਦੂਰੀ ਬਣੀ ਹੋਈ ਸੀ SKM ਦੀ, ਤੇ ਉਹਨਾਂ ਨੇ ਕੋਈ ਚਿੱਠੀ ਲਿਖੀ ਹੋਣੀ ਹੈ 9 ਮੈਂਬਰੀ ਕਮੇਟੀ ਨੂੰ। ਉਹਦੇ ਆਧਾਰ ਦੇ ਉੱਤੇ ਸਾਡੇ ਨਾਲ ਪਹਿਲਾਂ ਮੀਟਿੰਗ ਕੀਤੀ ਉਹਨਾਂ ਨੇ ਕਿ ਵੀ ਇਹਦੇ ਤੇ ਤੁਸੀਂ ਕੀ ਸੋਚਦੇ ਹੋ। ਕੁਝ ਸਾਰੀਆਂ ਜਥੇਬੰਦੀਆਂ ਨੇ ਆਪਦੀ ਉਹਦੇ ਉੱਤੇ ਮਤਲਬ ਅੱਜ ਦੀ ਮੀਟਿੰਗ ਦਾ ਹਜੇ ਕੋਈ ਅੱਜ ਦੀ ਮੀਟਿੰਗ ਦਾ ਕੋਈ ਰਿਜ਼ਲਟ ਨਹੀਂ। ਇਹਦਾ ਜਿਹੜੀ ਪੰਚਾਇਤੀ ਜ਼ਮੀਨਾਂ ਦੀ ਲੜਾਈ ਹੈ ਪੰਜਾਬ ਦੇ ਵਿੱਚ, ਪੰਜਾਬ ਗਵਰਨਮੈਂਟ ਸਾਡੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ। ਜਿਹੜਾ ਸਾਨੂੰ ਛੇੜੇਗਾ ਮੋਰਚਾ ਉਹਦੇ ਖਿਲਾਫ ਲੱਗੇਗਾ, ਸੁਭਾਵਿਕ ਜੀ ਗੱਲ ਹੈ। ਮੋਰਚੇ ਦੌਰਾਨ ਜਿਹੜੇ 750 ਤੋਂ ਉੱਪਰ ਸਾਡੇ ਜਿਹੜੇ ਕਿਸਾਨ ਮਜ਼ਦੂਰ ਸ਼ਹੀਦ ਹੋਏ ਸੀ, ਉਹ ਉਵੇਂ ਹੀ ਰੁੜ ਰਹੇ ਆ ਚੈੱਕ ਲੈਣ ਲਈ, ਕੋਈ ਨੌਕਰੀ ਲੈਣ ਲਈ। ਤੇਲੰਗਾਨਾ ਸਰਕਾਰ ਦਾ ਮੁੱਖ ਮੰਤਰੀ ਵੀ ਆਇਆ, ਉਹ ਵੀ ਕਾਫੀ ਸਾਰੇ ਕਿਸਾਨਾਂ ਨੂੰ ਜਿਹੜੇ ਚੈੱਕ 3-3 ਲੱਖ ਰੁਪਏ ਦੇ ਗਿਆ, ਪਰ ਉਹਨਾਂ ਦੇ ਵਿੱਚ ਵੀ ਕਿਸੇ ਦਾ ਨਾਂ ਨਹੀਂ ਠੀਕ ਹੈਗਾ, ਕਿਸੇ ਦਾ ਖਾਤਾ ਨਹੀਂ। ਉਹ ਲੋਕ ਪਰੇਸ਼ਾਨ ਹੁੰਦੇ, SDMਾਂ ਦੇ DCਆਂ ਦੇ ਦਰਾਂ 'ਚ ਧੱਕੇ ਖਾਂਦੇ ਤੁਰੇ ਫਿਰਦੇ ਆ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੇ ਸਮੂਹ SDM ਉਹਨਾਂ ਨੂੰ ਕਹਿਣ ਫਟਾਫਟ ਉਹਨਾਂ ਦੇ ਜਿਹੜੇ ਚੈੱਕ ਆ ਠੀਕ ਕਰਵਾਉਣ ਤੇ ਭੇਜਣ। ਤੇ ਮੈਂ ਵੀ ਉਸ ਦਿਨ ਉੱਥੇ ਹਾਜ਼ਰ ਸੀ। ਮੈਂ ਭਗਵੰਤ ਮਾਨ ਸਾਹਿਬ ਨੂੰ
ਉੱਠ ਕੇ ਖੜਾ ਹੋ ਕੇ ਕਿਹਾ ਸੀ ਵੀ ਇਹ ਪੰਜਾਬ ਵਾਲੇ ਬੈਠੇ ਆ, ਦੂਰੋਂ ਐਡੀ ਦੂਰੋਂ ਮੁੱਖ ਮੰਤਰੀ ਚੈੱਕ ਦੇਣ ਆ ਗਏ ਨੇ 3-3 ਲੱਖ ਦੇ, ਤੁਹਾਡੇ ਚੈੱਕ ਤੁਸੀਂ ਪੂਰੇ ਕਿਉਂ ਨਹੀਂ ਦਿੱਤੇ? ਤੁਸੀਂ ਨੌਕਰੀਆਂ ਦਾ ਵਾਅਦਾ ਕੀਤਾ ਸੀ, ਮੈਂ ਲਿਸਟਾਂ ਮੰਗਾਈਆਂ, ਉਸ ਦਿਨ ਮੈਂ ਅਨਾਉਂਸ ਕੀਤਾ ਵੀ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਉਹ ਮੇਰੇ WhatsApp ਨੰਬਰ ਤੇ ਭੇਜਣ। 100 ਬੰਦੇ ਤੋਂ ਉੱਪਰ ਮੇਰੇ ਕੋਲ ਲਿਸਟ ਆ, ਉਹ ਆ ਗਏ ਨੇ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ। ਬਹੁਤ ਸਾਰੇ ਬੰਦੇ ਇਹ ਆ ਗਏ ਨੇ ਕਿਸਾਨ ਜਿਨ੍ਹਾਂ ਨੂੰ ਪੈਸੇ ਨਹੀਂ ਮਿਲੇ, ਉਹਨਾਂ ਨੂੰ ਖੱਜਲ ਖਰਾਬ ਹੁੰਦੇ ਆ, ਉੱਥੇ ਲੋਕ ਰੋ ਰਹੇ ਸੀ। ਇਸ ਲਈ ਸਰਕਾਰ ਨੂੰ ਬੇਨਤੀ ਕਰਦੇ ਆ ਫੌਰੀ ਤੌਰ ਤੇ ਉਹਨਾਂ ਨੂੰ ਨੌਕਰੀ ਤੇ 5 ਲੱਖ ਰੁਪਏ ਦਾ ਜਿਹੜਾ ਹੈਗਾ ਰਾਸ਼ੀ ਉਹਨਾਂ ਨੂੰ ਦਿੱਤੀ ਜਾਵੇ। ਖੰਨਾ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਖਬਰ ਸਾਹਮਣੇ ਆਈ। ਇੱਕ ਦਰਿੰਦੇ ਵੱਲੋਂ ਹੈਵਾਨ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ 3.5 ਸਾਲ ਦੀ ਮਾਸੂਮ ਬੱਚੀ ਦਾ ਰੇਪ ਕਰ ਦਿੱਤਾ ਗਿਆ। 30 ਸਾਲਾਂ ਦੇ ਵਿਅਕਤੀ ਵੱਲੋਂ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ। बच्ची को उसके साथ रेप हुआ तो मैं लेके यहाँ पे आया था, तो डॉक्टर आकाश थे, तो वो बोले पहले रिपोर्ट लिखवाओ फिर स्टेटमेंट होगा। फिर उसके बाद मैं बोला बच्ची को दर्द है तो ये दवा दी है। कितने साल की बच्ची आपकी? 3 साढ़े 3। तो आपको कैसे पता चला? हमारे 9:30 बजे खाना वाना खा के सब थे, खेल रहे थे, वो बुलाया चिज्जी के लिए बच्चों को बुला के इतना चुप्पे से निकल लिया, पता भी नहीं लगा। फिर हम लोग ये जब हेरने लगे तो उसके पास जब फ़ोन करा गया तो लेके आया, अगर नहीं फ़ोन करते तो पता नहीं वो क्या कर जाता, किया भी है जो किया है। 3.5 ਸਾਲ ਦਾ ਬੱਚਾ ਸਾਡੇ ਕੋਲ ਲੈ ਕੇ ਆਇਆ ਜੀ, ਉਹਦੇ ਪੇਰੈਂਟਸ ਤੇ ਉਹ ਦੱਸ ਰਹੇ ਨੇ ਵੀ ਬੱਚੀ ਨਾਲ ਅਟੈਂਪਟ ਰੇਪ ਹੋਇਆ ਨਹੀਂ ਹੋਇਆ ਉਹ ਵੀ ਕਨਫਰਮ ਨਹੀਂ ਹੈ ਤੇ ਅਸੀਂ ਵੀ ਕਨਫਰਮ ਨਹੀਂ ਬਿਕੋਜ਼ ਅਸੀਂ ਉਹਦਾ ਸਾਰਾ ਐਗਜ਼ਾਮਿਨ ਜਿਹੜਾ ਇਹ ਬੱਚੀ ਦੇ ਕੇਸ ਦੇ ਵਿੱਚ ਜਿਹੜੀ ਐਗਜ਼ਾਮੀਨੇਸ਼ਨ ਹੁੰਦਾ ਉਹਦਾ ਕਈ ਨਹੀਂ ਕਰ ਰਹੇ, ਗਾਇਨੀ ਦੇ ਡਾਕਟਰ ਅਸੀਂ ਬੁਲਾ ਲਏ ਨੇ, ਉਹ ਜਸਟ ਆ ਰਹੇ ਨੇ, ਉਸ ਤੋਂ ਬਾਅਦ ਉਹ ਸਵੈਬ ਵਗੈਰਾ ਲੈਣਗੇ, ਉਸ ਤੋਂ ਬਾਅਦ ਉਹ ਕਨਫਰਮ ਕਰਨਗੇ ਵੀ ਅੱਗੇ ਕੁਝ ਹੋਇਆ ਕਿ ਨਹੀਂ। ਲੁਧਿਆਣਾ ਦੇ ਜਗਰਾਉਂ ਪੁਲ ਤੋਂ ਜਲੰਧਰ ਬਾਈਪਾਸ ਨੂੰ ਜੋੜਨ ਵਾਲੇ ਐਲੀਵੇਟਡ ਰੋਡ ਦੇ ਉੱਪਰ ਦਿਨ ਦਿਹਾੜੇ ਲੁੱਟ ਦਾ ਮਾਮਲਾ ਸਾਹਮਣੇ ਆਇਆ। ਐਲੀਵੇਟਡ ਰੋਡ ਦੇ ਉੱਪਰ ਮੋਟਰਸਾਈਕਲ ਤੇ ਜਾ ਰਹੇ ਨੌਜਵਾਨ ਤੇ ਉਸ ਦੇ ਪਿੱਛੇ ਆ ਰਹੇ ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਦਾਤਰ ਦਿਖਾ ਕੇ 1 ਲੱਖ ਰੁਪਏ ਦੀ ਲੁੱਟ ਕੀਤੀ ਅਤੇ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਇਆ ਅਸੀਂ ਗੱਲ ਕਰਾਂਗੇ, ਕੁਝ ਦੋਸਤ ਲੜਕੇ ਦੇ ਉਰੇ ਖੜੇ ਨੇ। 1 ਲੱਖ ਰੁਪਏ ਦੀ ਜਿਹੜੀ ਲੁੱਟ ਹੋਈ ਹੈਗੀ ਹੈ ਇਸ ਮਾਮਲੇ ਦੇ ਵਿੱਚ। ਇਹ ਜਿਹੜੀ ਲੁੱਟ ਹੋਈ ਹੈ ਜਗਰਾਉਂ ਪੁਲ ਦੇ ਬਿਲਕੁਲ ਉੱਪਰ ਹੋਈ ਹੈ। ਗੱਲ ਕਰਾਂਗੇ ਇਹ ਜਿਹੜੇ ਇੱਕ ਉਹਨਾਂ ਦੇ ਦੋਸਤ ਵੀ ਆਏ ਨੇ, ਕੀ ਕਹਿਣਾ ਚਾਹੁੰਦੇ, ਕੀ ਹੋਇਆ ਸੀਗਾ ਜੀ? ਇਹ ਦੱਸੇਗਾ ਥੋੜਾ ਜਿਹਾ, ਕਿੱਥੋਂ ਆਇਆ ਸੀ ਤੁਹਾਡਾ ਦੋਸਤ, ਕੀ ਕਰਨਾ ਹੈ? ਸਰ ਉਹ ਪੇਮੈਂਟ ਲੈ ਕੇ ਆ ਰਹੇ ਪਿੱਛੋਂ ਦੀ, ਉਹ ਸਾਫਾ ਬਾਜ਼ਾਰ ਦੇਣ ਜਾ ਰਿਹਾ ਸੀਗਾ। ਉਹਨਾਂ ਨੇ ਜਾਂਦੇ ਦੇ ਅੱਥੇ ਹਨੇਰੀ ਚੱਲਦੀ ਸੀਗੀ, ਸੜਕ ਖਾਲੀ ਸੀ, ਉਹਨਾਂ ਨੇ ਅੱਗੇ ਮੋਟਰਸਾਈਕਲ ਲਿਆ ਕੇ ਰੋਕ ਲਿਆ, ਰੋਕ ਕੇ ਤੇ ਉਹਦੇ ਦਾਤ ਰੱਖ ਕੇ ਉਹ ਤੋਂ ਪੈਸੇ ਖੋ ਕੇ। ਮਾਰਿਆ ਤਾਂ ਨਹੀਂ ਹੈਗਾ ਮੁੰਡੇ ਨੂੰ? ਨਹੀਂ ਮਾਰਿਆ ਨਹੀਂਗਾ, ਉਹਦੇ ਖੋ ਕੇ ਤੇ ਆਪਣਾ ਚਲੇ। ਤੇ ਉਹਨੇ ਜਦੋਂ ਤੁਹਾਨੂੰ ਕਾਲ ਕੀਤੀ ਆ? ਹਾਂਜੀ, ਨਾਲੇ ਉਹਨੇ ਕਾਲ ਕੀਤੀ ਕਿੱਦਾਂ ਕਰਕੇ ਮੈਨੂੰ ਲੋਗੇ ਸੀ। ਪੈਸੇ ਕਿੰਨੇ ਸੀਗੇ? 1 ਲੱਖ ਰੁਪਏ ਜੀ। ਤੇ ਕਿੰਨੀ ਉਮਰ ਦਾ ਮੁੰਡਾ ਹੈਗਾ, ਉਹ ਕੀ ਕੰਮ ਕਰਦਾ ਜਿਹੜਾ ਮੁੰਡਾ ਸੀ? ਉਹ ਸਾਡਾ 2 ਯਾਰ ਦੋਸਤ ਸਵਿਗੀ 'ਚ ਕੰਮ ਕਰਦਾ ਵਾ, ਕਾਲਜ ਦੀ ਛੁੱਟੀ ਤੇ ਸੀਗੇ। ਲੈ ਕੇ ਆ ਰਹੇ ਸੀਗੇ? ਉਹ ਬ੍ਰਦਰ ਦੀ ਫੈਕਟਰੀ ਨੂੰ ਲੈ ਕੇ ਆ ਰਿਹਾ ਸੀਗਾ। ਤੇ ਹੁਣ ਪੁਲਿਸ ਕੀ ਕਹਿੰਦੀ ਹੈ ਇਸ ਮਾਮਲੇ 'ਚ? ਪੁਲਿਸ ਦਾ ਜੀ ਹਾਲੇ ਤੱਕ ਕੁਝ ਨਹੀਂ ਕਹਿ ਰਹੀ, ਇਨਕੁਆਇਰੀ ਕਰ ਰਹੀ ਆ। ਉਹ ਕਹਿੰਦੇ ਇਨਕੁਆਇਰੀ ਕਰਕੇ ਜਿੱਦਾਂ ਹੋਊਗਾ ਅਸੀਂ ਤੁਹਾਨੂੰ ਦੱਸਾਂਗੇ। ਬਿਲਕੁਲ ਤਸਵੀਰਾਂ ਦਿਖਾ ਰਹੇ ਆ ਜਗਰਾਉਂ ਬ੍ਰਿਜ ਤੋਂ ਬਾਈਪਾਸ ਜਿਹੜਾ ਜਲੰਧਰ ਨੂੰ ਜਾ ਰਿਹਾ, ਲੁਧਿਆਣਾ ਸ਼ਹਿਰ ਤੋਂ ਜਲੰਧਰ ਨੂੰ ਜਾਣ ਵਾਲੇ ਪੁਲ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਰਿਹਾ। ਇੱਥੇ ਜਦੋਂ ਹਨੇਰੀ ਆਈ ਆ ਉਸ ਟਾਈਮ ਇੱਥੇ ਜਿਹੜਾ ਹੈਗਾ ਪੁਲ ਦੇ ਉੱਤੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਆਪਣੇ ਦੋਸਤ ਦੀ ਫੈਕਟਰੀ ਦੇ ਵਿੱਚੋਂ 1 ਲੱਖ ਰੁਪਇਆ ਲੈ ਕੇ ਕਿਤੇ ਦੇਣ ਜਾ ਰਿਹਾ ਸੀ, ਲੇਕਿਨ ਉਸ ਦਾ ਪਿੱਛਾ ਕਰ ਰਹੇ ਕੁਝ ਨੌਜਵਾਨਾਂ ਨੇ ਇਹ ਦਾਤ ਦਿਖਾਇਆ। ਉਸ ਤੋਂ ਬਾਅਦ ਉਸ ਤੋਂ 1 ਲੱਖ ਰੁਪਏ ਦੀ ਲੁੱਟ ਕੀਤੀ ਆ। ਇਸ ਸਾਰੇ ਮਾਮਲੇ ਤੋਂ ਬਾਅਦ ਸੀਆਈ ਸਟਾਫ ਇੱਥੇ ਪਹੁੰਚ ਚੁੱਕਿਆ, ਜਾਂਚ ਕੀਤੀ ਜਾ ਰਹੀ ਆ ਕੀ ਹੈਗਾ। ਪਹਿਲਾਂ ਵੀ ਕਈ ਤਰ੍ਹਾਂ ਦੀਆਂ ਇੱਥੇ ਘਟਨਾਵਾਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਜਦੋਂ ਉਹ ਮੁਜਰਮ ਕਈ ਵਾਰ ਘਰ ਦਾ ਹੀ ਨਿਕਲਿਆ ਆਉਂਦਾ, ਕਈ ਵਾਰ ਕੋਈ ਇਸ ਤਰ੍ਹਾਂ ਦਾ ਯਾਰ ਦੋਸਤ ਤੇ ਨਿਕਲਿਆ ਆਉਂਦਾ। ਇਸ ਘਟਨਾ ਦੇ ਵਿੱਚ ਵੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ। ਲੇਕਿਨ ਸਭ ਤੋਂ ਵੱਡੀ ਗੱਲ ਆ ਲੁਧਿਆਣਾ ਦੇ ਵਿੱਚ ਇਸ ਤਰ੍ਹਾਂ ਦੀ ਦਿਨ ਦਿਹਾੜੇ ਇਹ ਘਟਨਾ ਹੋਣੀ, ਕਿਤੇ ਨਾ ਕਿਤੇ ਇਹ ਲੋਕਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਦਾ ਵੀ ਮਾਹੌਲ ਪੈਦਾ ਹੁੰਦਾ। ਇਸ ਮਾਮਲੇ ਦੇ ਵਿੱਚ ਐਸਐਚਓ ਉਹ ਜਿਹੜੇ ਦ੍ਰੇਸੀ ਵੀ ਇੱਥੇ ਪਹੁੰਚੇ ਸੀ, ਐਸਐਚਓ ਕੋਤਵਾਲੀ ਵੀ ਪਹੁੰਚੇ ਸੀ, ਸੀਆਈਏ ਦੇ ਜਿਹੜੇ ਇੰਚਾਰਜ ਨੇ ਰਜੇਸ਼ ਜੀ ਵੀ ਇੱਥੇ ਪਹੁੰਚੇ ਹੋਏ ਨੇ, ਉਹਨਾਂ ਵੱਲੋਂ ਵੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਜਿਹੜਾ ਲੜਕਾ ਸੀ ਘਬਰਾਇਆ ਹੋਇਆ ਸੀ ਉਹਨੂੰ ਲੈ ਕੇ ਗਏ ਨੇ, ਤੁਸੀਂ ਦੇਖ ਸਕਦੇ ਹੋ। ਲਗਾਤਾਰ ਇੱਥੇ ਜਿਹੜੇ ਅਫਸਰ ਪਹੁੰਚ ਰਹੇ ਨੇ ਜਗਰਾਉਂ ਬ੍ਰਿਜ ਦੇ ਉੱਤੇ ਪੁਲ ਦੇ ਉੱਪਰ, ਜਿਹੜਾ ਕਿ ਕਾਫੀ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜਾ ਵਿਵਸਥ ਏਰੀਆ ਹੈਗਾ, ਬੜਾ ਇੱਥੇ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈਗਾ। ਕਿਤੇ ਨਾ ਕਿਤੇ ਪੁਲਿਸ ਵੱਖ-ਵੱਖ ਐਂਗਲਾਂ ਤੇ ਜਿਹੜੀ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਜਿਹੜਾ ਇੱਥੇ ਪਤਾ ਲੱਗਿਆ ਕੀ ਕਰ ਰਹੇ ਨੇ। ਜਿਸ ਤਰ੍ਹਾਂ ਨਾਲ ਪਹਿਲਾਂ ਵੀ ਜਿਹੜੀਆਂ ਲੁੱਟ ਦੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਘਟਨਾਵਾਂ ਦੇ ਵਿੱਚ ਕਈ ਜਿਵੇਂ ਡਾਬੇ ਦੇ ਵਿੱਚ ਜਿਹੜੀ ਲੁੱਟ ਹੋਈ ਸੀ ਉਸ ਦੇ ਵਿੱਚ ਵੀ ਜਿਹੜਾ ਨੇੜ ਦੇ ਗਵਾਂਢੀ ਨਿਕਲੇ ਸੀ, ਅਸੀਂ ਤਸਵੀਰਾਂ ਦਿਖਾ ਰਹੇ ਹਾਂ। ਜਦੋਂ ਇਸ ਤਰ੍ਹਾਂ ਦੀ ਘਟਨਾ ਹੁੰਦੀ ਆ ਤਾਂ ਸ਼ਹਿਰ ਦੇ ਵਿੱਚ ਜ਼ਰੂਰ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਹੈਗਾ, ਲੇਕਿਨ ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਤੁਹਾਨੂੰ। ਜਿਹੜੇ ਐਸਐਚਓ ਸਾਹਿਬ ਸੀਗੇ ਉਹ ਲੈ ਕੇ ਗਏ ਨੇ, ਜਿਹੜੇ ਐਸਐਚਓ ਕੋਤਵਾਲੀ ਸੀਗੇ, ਜਿਹੜਾ ਲੜਕਾ ਜ਼ਖਮੀ ਹੋਇਆ ਸੀਗਾ, ਘਬਰਾਇਆ ਹੋਇਆ ਸੀ, ਉਹਨੂੰ ਲੈ ਕੇ ਜਿਹੜਾ ਹੈਗਾ ਇਸ ਟਾਈਮ
ਹਸਪੀਟਲ ਗਏ ਨੇ। ਉਸ ਤੋਂ ਬਾਅਦ ਜਿਹੜਾ ਹੈਗਾ ਉਹ ਤੋਂ ਪੁੱਛਗਿੱਛ ਵੀ ਕੀਤੀ ਜਾਵੇਗੀ। ਜਿਸ ਤਰ੍ਹਾਂ ਨਾਲ ਉਹਦੇ ਦੋਸਤਾਂ ਨੇ ਦੱਸਿਆ ਹੈਗਾ ਕਿਸੇ ਫੈਕਟਰੀ ਦੇ ਵਿੱਚੋਂ 1 ਲੱਖ ਰੁਪਈਆ ਲੈ ਕੇ ਉਹ ਇਸ ਬ੍ਰਿਜ ਦੇ ਉੱਤੇ, ਇਹ ਬ੍ਰਿਜ ਜੇਕਰ ਗੱਲ ਕਰੀਏ ਜਲੰਧਰ ਬਾਈਪਾਸ ਤੋਂ ਜੇਕਰ ਸ਼ਹਿਰ ਦੇ ਵਿੱਚ ਐਂਟਰੀ ਕਰਨੀ ਹੋਵੇ ਬਾਇਆ ਜਗਰਾਉਂ ਪੁਲ ਤਾਂ ਇਸ ਪੁਲ ਦੇ ਉੱਤੇ ਜੀ ਲੋਕ ਆਉਂਦੇ ਜਾਂਦੇ ਨੇ, ਟ੍ਰੈਫਿਕ ਹੁੰਦੀ ਹੈ ਕਾਫੀ ਜ਼ਿਆਦਾ, ਲੇਕਿਨ ਫਿਰ ਵੀ ਇੱਥੇ ਲੁੱਟ ਦੀ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਹੈਗਾ 1 ਲੱਖ ਰੁਪਏ ਦੀ। ਜਦ ਤੱਕ ਮਾਮਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਇਹੀ ਗੱਲ ਕਰਾਂਗੇ ਵੀ ਲੁਟੇਰਿਆਂ ਦੇ ਹੌਸਲੇ ਲੁਧਿਆਣਾ ਸ਼ਹਿਰ ਦੇ ਵਿੱਚ ਇੰਨੇ ਬੁਲੰਦ ਨੇ, ਦਿਨ ਦਿਹਾੜੇ ਹੀ ਇਸ ਤਰ੍ਹਾਂ ਦੀਆਂ ਲੁੱਟ ਖਸੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ। ਚਾਹੇ ਪੁਲਿਸ ਥੋੜੇ ਸਮੇਂ ਵਿੱਚ ਹੀ ਫੜ ਲੈਂਦੀ ਆ ਉਹਨਾਂ ਨੂੰ, ਲੇਕਿਨ ਪਰ ਕਿਤੇ ਨਾ ਕਿਤੇ ਇਹ ਜ਼ਰੂਰ ਹੈਗਾ ਆਮ ਲੋਕਾਂ ਨੂੰ ਬੜਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਜਿਸ ਤਰ੍ਹਾਂ ਨਾਲ ਇਸ ਤਰ੍ਹਾਂ ਦੀ ਲੁੱਟ ਦੀ ਘਟਨਾ ਹੁੰਦੀ ਹੈ। ਅੱਜ ਵੀ ਜਿਹੜੀ ਇਹ ਲੁੱਟ ਦੀ ਘਟਨਾ ਹੋਈ ਹੈ ਇਹਨੂੰ ਵੈਰੀਫਾਈ ਕੀਤਾ ਜਾ ਰਿਹਾ, ਕੌਣ ਸੀ, ਕਿਸ ਨੇ ਲੁੱਟ ਕੀਤੀ ਆ, ਕਿਵੇਂ ਉਹ ਆਏ ਸੀ, ਇਹ ਸਾਰੀਆਂ ਗੱਲਾਂ ਨੂੰ ਜਿਹੜੀ ਜਾਂਚ ਕੀਤੀ ਜਾ ਰਹੀ ਆ। ਲੁਧਿਆਣਾ ਤੋਂ ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮ ਭਾਰਦਵਾਜ। ਲੁਧਿਆਣਾ ਦੇ ਸੱਗੂ ਚੌਂਕ ਤੋਂ ਕਿਚਲੂ ਨਗਰ ਵੱਲ ਐਕਟਿਵਾ ਤੇ ਜਾ ਰਹੇ ਆਦਮੀ ਅਤੇ ਔਰਤ ਨੂੰ ਦੂਸਰੀ ਸੜਕ ਤੇ ਜਾ ਰਹੀ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਚਾਲਕ ਨੇ ਫੁੱਟਪਾਥ ਉੱਪਰ ਗੱਡੀ ਚਾੜ ਕੇ ਦੂਜੀ ਤਰਫ ਤੋਂ ਆ ਕੇ ਐਕਟਿਵਾ ਨੂੰ ਕੁਚਲ ਦਿੱਤਾ। ਇਹ ਹਾਦਸਾ ਜ਼ਬਰਦਸਤ ਸੀ ਕਿ ਮੌਕੇ ਤੇ ਹੀ ਇੱਕ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਗੱਡੀ ਚਾਲਕ ਨੌਜਵਾਨ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੇ ਹੈਬੋਵਾਲ ਤੋਂ ਜਿਹੜਾ ਰੋਡ ਫਿਰੋਜ਼ਪੁਰ ਰੋਡ ਨੂੰ ਜੋੜਦਾ ਪੀਏਯੂ ਦੇ ਬਿਲਕੁਲ ਨਾਲ ਦੇ ਰੋਡ ਤੇ ਭਿਆਨਕ ਸੜਕੀ ਹਾਦਸਾ ਵਾਪਰਿਆ। ਤੁਸੀਂ ਦੇਖ ਸਕਦੇ ਹੋ ਇਸੇ ਰੋਡ ਦੇ ਉੱਤੇ ਜਿਹੜੀ ਸਕਾਰਪੀਓ ਬੜੀ ਤੇਜ਼ ਸਕਾਰਪੀਓ ਸੀ ਜਿਹੜੀ ਜਾ ਰਹੀ ਸੀ, ਉਸ ਤੋਂ ਬਾਅਦ ਦੂਸਰੀ ਤਰਫ ਚਲੇ ਗਈ ਆ। ਦੂਸਰੀ ਤਰਫ ਐਕਟਿਵਾ ਤੇ ਇਹ ਜਿਹੜੇ ਇੱਕ ਜੈਂਟਸ ਅਤੇ ਉਹਦੀ ਜਿਹੜਾ ਨਾਲ ਇੱਕ ਲੇਡੀ ਸੀਗੀ ਜਿਹੜੇ ਆਪਣੇ ਘਰ ਨੂੰ ਜਾ ਰਹੇ ਸੀ, ਕੌਣ ਸੀ, ਕੀ ਰਿਸ਼ਤਾ ਸੀ, ਉਹ ਜਾ ਰਹੇ ਸੀ ਵਿਚਾਰੇ ਵਾਲੇ ਘਰ ਨੂੰ ਆਪਣੇ ਕੰਮਾਂ ਕਾਰਾਂ ਤੋਂ। ਜਿਸ ਤਰ੍ਹਾਂ ਨਾਲ ਇੱਕ ਨੌਜਵਾਨ ਆ ਜਿਹਦੀ ਜਿਹੜਾ ਮੌਕੇ ਤੇ ਸੀਗਾ, ਇੰਨੀ ਬੁਰੀ ਤਰ੍ਹਾਂ ਨਾਲ ਜਿਹੜਾ ਹੈਗਾ ਐਕਟਿਵਾ ਨੂੰ ਜਿਹੜਾ ਸਕਾਰਪੀਓ ਨੇ ਕੁਚਲਿਆ ਤੇ ਮੌਕੇ ਤੇ ਜਿਹੜਾ ਇੱਕ ਮੌਤ ਹੋਈ ਹੈ, ਇੱਕ ਗੰਭੀਰ ਜ਼ਖਮੀ ਆ। ਜਿਸ ਤਰ੍ਹਾਂ ਨਾਲ ਐਸਐਚਓ ਮੈਡਮ ਨੇ ਦੱਸਿਆ ਉਹਨਾਂ ਨੂੰ ਡੀਐਮਸੀ ਹਸਪੀਟਲ ਇਲਾਜ ਲਈ ਭਰਤੀ ਕਰਵਾਇਆ ਗਿਆ ਹੈਗਾ। ਉਹਨਾਂ ਦੇ ਜਾ ਕੇ ਉਹ ਸਟੇਟਮੈਂਟ ਲੈਣਗੇ, ਪਰ ਇੱਥੇ ਮੌਕੇ ਤੇ ਮੌਜੂਦ ਜਿਹੜੇ ਇੱਕ ਏਐਸਆਈ ਸੀ ਉਹਨਾਂ ਨੇ ਵੀ ਦੱਸਿਆ ਹੈਗਾ ਵੀ ਇੱਕ ਵਿਅਕਤੀ ਦੀ ਤਾਂ ਮੌਕੇ ਤੇ ਜਿਹੜੀ ਆ ਮੌਤ ਹੋ ਗਈ ਆ, ਜਿਹੜਾ ਇੱਕ ਜ਼ਖਮੀ ਸੀਗੇ ਨਾਲ ਦਾ ਸਾਥੀ ਉਹਨੂੰ ਹਸਪੀਟਲ ਲੈ ਕੇ ਗਏ ਨੇ। ਲੇਕਿਨ ਇਸੇ ਤਰ੍ਹਾਂ ਨਾਲ ਸ਼ਹਿਰ ਦੇ ਵਿੱਚ ਭੀੜ ਵਾਲੀ ਰੋਡ ਦੇ ਉੱਤੇ ਤੇਜ਼ ਕਿਤੇ ਨਾ ਕਿਤੇ ਗੱਡੀ ਚਲਾਉਣਾ ਹਾਦਸਿਆਂ ਦਾ ਕਾਰਨ ਬਣਦੀ ਆ। ਜਿਸ ਤਰ੍ਹਾਂ ਨਾਲ ਅਸੀਂ ਦੱਸਣਾ ਚਾਹੁੰਦੇ ਹਾਂ ਇਹ ਰੋਡ ਆ ਜਿਹੜਾ ਜੇਕਰ ਇੱਧਰੋਂ ਜਾਈਏ ਕਿਚਲੂ ਨਗਰ ਤੋਂ ਫਿਰੋਜ਼ਪੁਰ ਰੋਡ ਸਾਈਡ ਜਾਂਦੀ ਆ, ਉਹ ਰੋਡ ਜਿਹੜੀ ਦੂਸਰੀ ਨਾਲ ਜਿਸ ਪਾਸੇ ਐਕਸੀਡੈਂਟ ਹੋਇਆ ਉਹ ਫਿਰੋਜ਼ਪੁਰ ਰੋਡ ਤੋਂ ਜਿਹੜਾ ਕਿਚਲੂ ਨਗਰ ਨੂੰ ਜੋੜਦੀ ਆ। ਇਹ ਹਾਦਸਾ ਇੱਥੇ ਵਾਪਰਿਆ, ਐਕਟਿਵਾ ਚਕਨਾਚੂਰ ਹੋ ਗਈ ਆ। ਇਸ ਘਟਨਾ ਦੇ ਵਿੱਚ ਇੱਕ ਮੌਤ ਦੀ ਵੀ ਖਬਰ ਆ। ਜਿਸ ਤਰ੍ਹਾਂ ਨਾਲ ਜਿਹੜੇ ਸਕੂਟਰ ਤੇ ਇੱਕ ਆਦਮੀ ਤੇ ਇੱਕ ਔਰਤ ਜਾ ਰਹੇ ਸੀਗੇ, ਉਹਨਾਂ ਨੂੰ ਸਕਾਰਪੀਓ ਨੇ ਇਸ ਤਰਫ ਤੋਂ ਜਾ ਕੇ ਦੂਸਰੀ ਤਰਫ ਜਾ ਕੇ ਉਹਨਾਂ ਨੂੰ ਜਿਹੜਾ ਦਬੋਚਿਆ ਹੈਗਾ ਤੇ ਐਕਟਿਵਾ ਚਕਨਾਚੂਰ ਹੋ ਚੁੱਕੀ ਹੈ ਇਸ ਸਾਰੇ ਘਟਨਾਕ੍ਰਮ ਦੇ ਵਿੱਚ। ਲੇਕਿਨ ਜਦੋਂ ਇਸ ਤਰ੍ਹਾਂ ਦੇ ਘਟਨਾਵਾਂ ਵਾਪਰਦੀਆਂ ਨੇ ਇਹ ਤਾਂ ਕਈ ਕੀਮਤੀ ਜਾਨਾਂ ਚਲੀਆਂ ਨੇ। ਲਗਾਤਾਰ ਰੋਡ ਦੇ ਉੱਤੇ ਤੇਜ਼ ਰਫ਼ਤਾਰੀ ਨੂੰ ਰੋਕਣ ਲਈ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਅਵੇਅਰ ਕੀਤਾ ਜਾਂਦਾ, ਪਰ ਫਿਰ ਵੀ ਕਈ ਲੋਕ ਜਿਹੜੇ ਨੇ ਉਹ ਸ਼ਹਿਰ ਦੇ ਵਿੱਚ ਵੀ ਰੈਸ਼ ਡਰਾਈਵਿੰਗ ਕਰਦੇ ਨੇ। ਇਹ ਵੀ ਜਿਹੜੇ ਨੌਜਵਾਨ ਸੀ, ਲੁਧਿਆਣਾ ਦਾ ਗੱਡੀ ਨੰਬਰ ਸੀਗਾ, ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿਹੜਾ ਕਿ ਲੁਧਿਆਣਾ ਦਾ ਗੱਡੀ ਨੰਬਰ ਸੀ, ਪੁਲਿਸ ਦਾ ਸਟicker ਲੱਗਿਆ ਹੋਇਆ ਸੀਗਾ। ਬਿਲਕੁਲ ਇਸ ਜਿਹੜਾ ਪੁਲਿਸ ਦਾ ਸਟicker ਲੱਗਿਆ ਸੀ ਇਹ ਵੀ ਸਾਹਮਣੇ ਆ ਰਿਹਾ ਕਿਤੇ ਨਾ ਕਿਤੇ ਉਹ ਪੁਲਿਸ ਅਧਿਕਾਰੀ ਦਾ ਜਿਹੜਾ ਨੌਜਵਾਨ ਗੱਡੀ ਚਲਾ ਰਿਹਾ ਸੀ ਬੇਟਾ ਦੱਸਿਆ ਜਾ ਰਿਹਾ, ਲੇਕਿਨ ਇਹਦੇ ਬਾਰੇ ਅਸੀਂ ਕਨਫਰਮ ਨਹੀਂ ਲੇਕਿਨ ਦੱਸਿਆ ਜਾ ਰਿਹਾ। ਉਸਨੇ 2 ਕੀਮਤੀ ਜਾਨਾਂ ਜਿਹੜੀ ਇੱਕ ਕੀਮਤੀ ਜਾਨ ਲਈ ਆ, ਦੂਸਰੀ ਬੜੀ ਜਿਹੜੀ ਉਹਦੀ ਹਾਲਤ ਖਰਾਬ ਆ, ਉਹਨੂੰ ਹਸਪੀਟਲ 'ਚ ਦਾਖਲ ਕਰਾਇਆ ਗਿਆ। ਇਸ ਮਾਮਲੇ ਦੇ ਵਿੱਚ ਜੇ ਕੋਈ ਰੋਡ ਤੇ ਰੈਸ਼ ਡਰਾਈਵ ਕਰਦਾ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਨਾਲ ਇਹ ਵੀ ਇੱਕ ਰੈਸ਼ ਡਰਾਈਵਿੰਗ ਸੀ, ਜਿਹੜਾ ਆਪਣੀ ਸਾਈਡ ਤੋਂ ਦੂਸਰੀ ਤਰਫ ਜਾ ਕੇ ਐਕਟਿਵਾ ਸਵਾਰ ਨੂੰ ਦੱਬਿਆ ਤੇ ਮੌਕੇ ਤੇ ਇੱਕ ਮੌਤ ਹੋਈ ਹੈ। ਇਸ ਮਾਮਲੇ ਦੇ ਵਿੱਚ ਫਿਲਹਾਲ ਅਗਲੀ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ, ਲੇਕਿਨ ਇੱਕ ਬੜੀ ਮੰਦਭਾਗੀ ਘਟਨਾ ਘਟੀ ਹੈ। ਇੱਕ ਘਰ ਦਾ ਜੀ ਚਲੇ ਗਿਆ ਇਸ ਰੋਡ ਐਕਸੀਡੈਂਟ ਦੇ ਵਿੱਚ। ਲੁਧਿਆਣਾ ਤੋਂ ਕੈਮਰਾ ਪਰਸਨ ਪ੍ਰਕਾਸ਼ ਦੇ ਨਾਲ ਤਰਸੇਮ ਭਾਰਦਵਾਜ। ਬ੍ਰਦਰ ਐਕਸੀਡੈਂਟ ਇੱਧਰੋਂ ਗੱਡੀ ਉੱਧਰ ਓਪੋਜ਼ਿਟ ਸਾਈਡ ਕ੍ਰਾਸ ਕਰਕੇ ਆ ਗਈ ਹੈ ਤੇ ਐਕਟਿਵਾ ਤੇ 2 ਸਵਾਰ ਸੀਗੇ, ਉਹਨਾਂ ਦੇ ਉੱਪਰ ਚੜਾਤੀ ਆ। ਉਹਨਾਂ ਦੀ ਕੰਡੀਸ਼ਨ ਸੀਰੀਅਸ ਆ, ਡੀਐਮਸੀ ਭੇਜੇ ਆ ਇਲਾਜ ਲਈ, ਹੁਣ ਉੱਧਰ ਹੀ ਚੱਲੇ ਆ, ਉਹ ਵੈਰੀਫਾਈ ਕਰਦੇ ਆ ਵੀ ਕੀ ਸਿਚੁਏਸ਼ਨ ਹੈ। ਪਰ ਪੁਲਿਸ ਦਾ ਸਟicker ਲੱਗਾ ਹੋਇਆ ਹੈ, ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈ ਵੀ ਗੱਡੀ ਕਿਹਦੀ ਆ, ਉਹ ਆਪਾਂ ਕਨਫਰਮ ਕਰਾਂਗੇ। ਮੌਕੇ ਤੇ ਵੀ ਡੈਥ ਹੋਈ ਕੋਈ ਦੱਸ ਰਹੇ ਨੇ? ਨਹੀਂ, ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਉੱਥੇ ਜਾ ਕੇ ਹੀ ਪਤਾ ਲੱਗਣਾ ਡੀਐਮਸੀ ਜਾ ਕੇ। ਮੈਂ ਅਜੇ ਕੁਝ ਨਹੀਂ ਕਹਿ ਸਕਦੀ ਜਦੋਂ ਤੱਕ ਮੈਂ ਵੈਰੀਫਾਈ ਨਹੀਂ ਕਰ ਸਕਦੀ। ਸਕਾਰਪੀਓ ਵਾਲੇ ਸਾਡੇ ਕੋਲ ਹੀ ਹੈ। ਇਹ ਜੋ ਉਹਨਾਂ ਦੀ ਕਨਫਰਮ ਉਹਨਾਂ ਦੇ ਆਈਡੀ ਪ੍ਰੂਫ ਵਗੈਰਾ ਤੋਂ ਹੀ ਲੱਗੇਗੀ। ਕਿੰਨੇ ਜਾਣੇ ਸੀ? 2 ਜਾਣੇ ਸੀ।
ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਬਣੇ ਪ੍ਰਾਈਵੇਟ ਸਕੂਲ ਦੇ ਪਿਛਲੇ 3 ਦਿਨਾਂ ਤੋਂ ਬੈਟਰੀ ਚੋਰੀ ਹੋ ਰਹੀ ਸੀ, ਜਿਸ ਦੀ ਚੋਰੀ ਦੀ ਸ਼ਿਕਾਇਤ ਕਰਨ ਲਈ ਪ੍ਰਿੰਸੀਪਲ ਅਤੇ ਮੈਨੇਜਮੈਂਟ ਦੇ ਮੈਂਬਰ ਸਲੇਮ ਟਾਬਰੀ ਥਾਣੇ ਪਹੁੰਚੇ, ਪਰ ਉਹਨਾਂ ਵੇਖਿਆ ਕਿ ਬੈਟਰੀ ਥਾਣੇ ਵਿੱਚ ਹੀ ਮੌਜੂਦ ਪਈ ਹੈ। ਉਹਨਾਂ ਮੌਜੂਦ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਇਹ ਬੈਟਰੀ ਉਹਨਾਂ ਦੀ ਹੈ ਤੇ ਜਿਸ ਤੇ ਸਕੂਲ ਵਾਲਿਆਂ ਨੇ ਬੈਟਰੀ ਤੇ ਸੀਰੀਅਲ ਨੰਬਰ ਵੀ ਲਿਖਿਆ ਹੋਇਆ ਹੈ। ਪੁਲਿਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਮਾਮਲੇ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ। ਮੇਰੇ ਧਿਆਨ 'ਚ ਹੁਣ ਮੈਟਰ ਆਇਆ ਜੀ, ਇਹ ਸੈਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਹੈ ਜੀ, ਲੁਧਿਆਣੇ ਦਾ ਤੇ ਜਲੰਧਰ ਬਾਈਪਾਸ ਤੇ ਹੈਗਾ ਜੀ। ਇੱਕ ਰਾਤ ਸਾਡੇ ਪੈਟਰੋਲਿੰਗ ਪਾਰਟੀ ਨੂੰ ਕਿਸੇ ਸਿਵਲ ਦੇ ਬੰਦੇ ਨੇ ਦੱਸਿਆ ਵੀ ਝਾੜੀਆਂ 'ਚ ਕੋਈ ਬੈਟਰੀ ਕੋਈ ਰੱਖ ਕੇ ਬੰਦਾ ਭੱਜ ਗਿਆ ਜੀ, ਚੋਰ ਵਗੈਰਾ। ਉਹਨੇ ਅਸੀਂ ਕਬਜ਼ੇ 'ਚ ਲੈ ਲਈ ਹੈ ਜੀ, ਤੇ ਸਕੂਲ ਵਾਲਿਆਂ ਨੇ ਵੀ ਦੱਸਿਆ ਸਾਡੀ ਬੈਟਰੀ ਚੋਰੀ ਹੋ ਗਈ ਹੈ। ਤੇ ਜਿਹੜੇ ਨਾਈਟ ਵਾਲੇ ਅਫਸਰ ਆ ਜੀ, ਉਹਨਾਂ ਤੋਂ ਮੈਂ ਪੁੱਛਗਿੱਛ ਆਪ ਕਰੂੰਗਾ, ਡਿਟੇਲ ਦੇ ਵਿੱਚ ਇਹਦੀ ਇਨਵੈਸਟੀਗੇਟ ਕਰਾਂਗੇ ਜੀ। ਬਾਕੀ ਡਿਟੇਲ ਤੁਹਾਨੂੰ ਆਫਟਰ ਇਨਵੈਸਟੀਗੇਸ਼ਨ ਹੀ ਦੱਸ ਸਕਦੇ। ਇਹ ਸਕੂਲ ਸੈਂਟ ਸੋਲਜਰ ਸਕੂਲ 'ਚੋਂ ਜੀ ਜਨਰੇਟਰ ਦੀ ਪਹਿਲਾਂ ਐਤਵਾਰ ਬੈਟਰੀ ਚੋਰੀ ਹੋਈ, ਸੋਮਵਾਰ ਬੈਟਰੀ ਦੂਜੀ ਰਖਾਈ ਨਵੀਂ, ਉਹ ਫਿਰ ਕੱਲ ਚੋਰੀ ਹੋ ਗਈ। 3 ਦਿਨ ਬਾਅਦ ਚੋਰੀ ਹੋ ਗਈ ਜੀ। ਉਸ ਤੋਂ ਬਾਅਦ ਅਸੀਂ ਥਾਣੇ ਕੰਪਲੇਂਟ ਲਿਖਾਉਣ ਆਏ ਹਾਂ, ਉਹ ਕਹਿੰਦੇ ਜੀ ਬੈਟਰੀ ਸਾਡੀ ਆ, ਸਰਕਾਰੀ ਬੈਟਰੀ ਆ, ਇਹ ਅੰਦਰ ਪਈ ਸੀ ਬੈਟਰੀ, ਇਹੀ ਕਿਹਾ ਬੈਟਰੀ ਸਾਡੀ ਆ ਇਹ। ਔਰ ਜਦੋਂ ਹੁਣ ਕੋਡ ਨੰਬਰ ਸੀਰੀਅਲ ਨੰਬਰ ਮਿਲਾਏ ਉਹ ਮਿਲ ਗਿਆ, ਬੈਟਰੀ ਸਾਡੀ ਹੈ। ਉਹ ਕਹਿੰਦੇ ਹੁਣ ਰਾਤ ਵਾਲੀ ਡਿਊਟੀ ਤੇ ਆਊਗੇ ਬੰਦੇ, ਉਹ ਤੁਹਾਨੂੰ ਦੱਸਣਗੇ ਜੀ ਕਦੋਂ ਕਿੱਦਾਂ ਆਈ ਬੈਟਰੀ, ਸਾਨੂੰ ਨਹੀਂ ਪਤਾ ਕਿੱਦਾਂ। ਖੱਬੀਆਂ ਪਾਰਟੀਆਂ ਵੱਲੋਂ ਮਹਿੰਗਾਈ ਅਤੇ ਬੇਰੋਜ਼ਗਾਰੀ ਦੇ ਵਿਰੁੱਧ ਵਿੱਚ ਕੀਤੇ ਗਏ ਕੌਮੀ ਸੱਦੇ ਦੇ ਤਹਿਤ ਲੁਧਿਆਣਾ ਵਿੱਚ ਮੋਦੀ ਸਰਕਾਰ ਖਿਲਾਫ ਜਗਰਾਓਂ ਪੁਲ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਇੱਕ ਰੋਸ ਰੈਲੀ ਕੱਢੀ ਗਈ ਹੈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਇਸ ਮੁੱਦੇ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਖਾਣ ਪੀਣ, ਰਸੋਈ ਦੀਆਂ ਵਸਤੂਆਂ, ਗੈਸ, ਪੈਟਰੋਲ, ਡੀਜ਼ਲ ਆਦਿ ਬਹੁਤ ਮਹਿੰਗੇ ਹੋ ਚੁੱਕੇ ਨੇ ਅਤੇ ਉਹਨਾਂ ਕਿਹਾ ਕਿ ਹਰ ਇੱਕ ਵਸਤੂ ਦੇ ਕੀਮਤਾਂ ਬਹੁਤ ਹੀ ਵਧ ਰਹੀਆਂ ਨੇ, ਜਿਸ ਨੂੰ ਰੋਕਣ ਦੇ ਵਿੱਚ ਮੋਦੀ ਸਰਕਾਰ ਨਾਕਾਮ ਰਹੀ ਹੈ। ਮੋਦੀ ਸਰਕਾਰ ਦੇ ਖਿਲਾਫ ਦੇਸ਼ ਪੱਧਰ ਤੇ ਜੋ ਮਹਿੰਗਾਈ ਔਰ ਬੇਰੁਜ਼ਗਾਰੀ ਦੇ ਖਿਲਾਫ ਖੱਬੀਆਂ ਪਾਰਟੀਆਂ ਵੱਲੋਂ ਸੱਦਾ ਦਿੱਤਾ ਗਿਆ ਹੈ, ਉਸ ਦੇ ਲਈ ਪ੍ਰਦਰਸ਼ਨ ਕਰਨ ਦੇ ਲਈ ਲੁਧਿਆਣਾ ਸ਼ਹਿਰੀ ਦੀ ਪਾਰਟੀ ਔਰ ਦੂਸਰੀਆਂ ਖੱਬੀਆਂ ਪਾਰਟੀਆਂ ਮਿਲ ਕੇ ਇੱਥੇ ਰੋਸ ਪ੍ਰਦਰਸ਼ਨ ਲਈ ਇਕੱਠੇ ਹੋਏ ਹਾਂ। ਮੋਦੀ ਸਰਕਾਰ ਦੀਆਂ ਨੀਤੀਆਂ ਜੋ ਗਰੀਬ ਮਾਰੂ ਨੇ, ਆਮ ਆਦਮੀ ਦੇ ਖਿਲਾਫ ਨੇ ਔਰ ਜਿਸ ਦਾ ਫਾਇਦਾ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਹੋ ਰਿਹਾ ਹੈ, ਉਸ ਦੇ ਖਿਲਾਫ ਅਸੀਂ ਲਗਾਤਾਰ ਆਵਾਜ਼ ਉਠਾਉਂਦੇ ਆ ਰਹੇ ਹਾਂ ਤੇ ਅੱਗੋਂ ਵੀ ਆਵਾਜ਼ ਉਠਾਵਾਂਗੇ। ਇਹਨਾਂ ਪਾਲਿਸੀਆਂ ਦਾ ਫਾਇਦਾ ਕਾਰਪੋਰੇਟ ਘਰਾਣਿਆਂ ਨੂੰ ਇੰਨਾ ਹੋਇਆ ਹੈ ਕਿ ਪਿਛਲੇ ਸਮੇਂ ਦੇ ਵਿੱਚ ਨੋਟਬੰਦੀ, GST ਅਤੇ ਕਰੋਨਾ ਪੀਰੀਅਡ ਦੇ ਦੌਰਾਨ ਲੋਕਾਂ ਦੀਆਂ ਰੋਜ਼ਗਾਰ ਚਲੇ ਗਏ, ਲੋਕ ਗਰੀਬ ਹੋ ਗਏ, ਲੇਕਿਨ ਜਿਹੜੇ ਕਾਰਪੋਰੇਟ ਘਰਾਣੇ ਹੈ ਉਹ ਲਗਾਤਾਰ ਅਮੀਰ ਹੋ ਰਹੇ ਨੇ। ਅਡਾਨੀ, ਅੰਬਾਨੀ ਜੋ ਅੱਜ ਤੋਂ ਪਹਿਲਾਂ ਦੁਨੀਆ ਲੈਵਲ ਤੇ ਬਹੁਤ ਪਿੱਛੇ ਸੀ, ਹੁਣ ਦੁਨੀਆ ਦੇ ਅਡਾਨੀ ਜਿਹੜਾ ਪਹਿਲੇ 4 ਲੋਕਾਂ ਦੇ ਵਿੱਚ ਆ ਗਿਆ। ਤਾਂ ਇਹ ਸਰਕਾਰ ਜਿਹੜੀ ਲਗਾਤਾਰ ਇਹਨਾਂ ਲੋਕਾਂ ਨੂੰ ਫਾਇਦਾ ਪਹੁੰਚਾ ਰਹੀ ਹੈ ਔਰ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਮੰਦਰ ਮਸਜਿਦ ਦੇ ਮਸਲਿਆਂ ਨੂੰ ਉਠਾ ਰਹੀ ਹੈ। ਅਸੀਂ ਇਹਦੇ ਖਿਲਾਫ ਅੱਜ ਪ੍ਰਦਰਸ਼ਨ ਕੀਤਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਕੇ ਅਸੀਂ ਹੋਰ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਾਂਗੇ। ਅੱਜ ਲੁਧਿਆਣੇ ਦੇ ਵਿੱਚ ਅਸੀਂ CPI ਵੱਲੋਂ ਇਹ ਅੱਜ ਇੱਥੇ ਮੁਜ਼ਾਹਰਾ ਕੀਤਾ। ਇਹਦੇ ਸੰਬੰਧੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਮਹਿੰਗਾਈ ਜਿਹੜੀ ਹੈਗੀ ਹੈ ਬਹੁਤ ਵੱਡੀ ਪੱਧਰ ਦੇ ਉੱਤੇ ਇਸ ਵੇਲੇ ਜਿਹੜੀ ਹੈਗੀ ਹੈ ਵੱਧ ਰਹੀ ਹੈ। ਕੋਈ ਵੀ ਚੀਜ਼ ਹੋਵੇ, ਭਾਵੇਂ ਉਹ ਗੈਸ ਹੈ, ਭਾਵੇਂ ਪੈਟਰੋਲ ਹੈ, ਡੀਜ਼ਲ ਹੈ, ਭਾਵੇਂ ਖਾਣ ਵਾਲੀਆਂ ਵਸਤਾਂ ਨੇ, ਭਾਵੇਂ ਕੱਪੜੇ ਨੇ, ਹਰ ਚੀਜ਼ ਦਾ ਜਿਹੜਾ ਹੈਗਾ ਰੇਟ ਵੱਧ ਰਹੇ ਨੇ। ਇਲਾਜ ਮਹਿੰਗਾ ਹੋ ਰਿਹਾ, ਸਿੱਖਿਆ ਮਹਿੰਗੀ ਹੋ ਰਹੀ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਲੋਕ ਬਹੁਤ ਦੁਖੀ ਨੇ। ਪਿਛਲੇ ਸਮੇਂ ਦੌਰਾਨ 3.5 ਕਰੋੜ ਇੰਡਸਟਰੀ ਜਿਹੜੀ ਹੈਗੀ ਹੈ ਹਿੰਦੁਸਤਾਨ ਦੇ ਵਿੱਚ ਬੰਦ ਹੋ ਗਈ, ਉਹਦੇ ਨਾਲ ਬੇਰੁਜ਼ਗਾਰੀ ਪੈਦਾ ਹੋ ਗਈ ਵੱਡੀ ਪੱਧਰ ਦੇ ਉੱਤੇ, ਤੇ ਇਹਦੇ ਨਾਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈਗੀ ਆ ਉਹ ਦਿਨ ਖਰਾਬ ਹੋ ਰਹੀ ਹੈ। ਲੁਧਿਆਣਾ ਦੇ ਜਲੰਧਰ ਬਾਈਪਾਸ ਵਿਖੇ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਦੇ ਵੱਲੋਂ ਮਹਾਰਾਣਾ ਪ੍ਰਤਾਪ ਜੀ ਦੀ 482ਵੀਂ ਜਯੰਤੀ ਬੜੀ ਧੂਮਧਾਮ ਨਾਲ ਮਨਾਈ ਗਈ, ਜਿਸ ਵਿੱਚ ਲੁਧਿਆਣਾ ਸ਼ਹਿਰ ਤੋਂ ਇਲਾਵਾ ਬਾਹਰਲੀਆਂ ਕਈ ਨਾਮੀ ਸ਼ਖਸੀਅਤਾਂ ਨੇ ਵੀ ਹਿੱਸਾ ਲਿਆ। ਇਸ ਸਮਾਗਮ ਵਿੱਚ ਮਹਾਰਾਣਾ ਪ੍ਰਤਾਪ ਜੀ ਦੀ ਸਿੱਖਿਆ ਨੂੰ ਯਾਦ ਵੀ ਕੀਤਾ ਗਿਆ ਅਤੇ ਇਸ ਸਮਾਗਮ ਵਿੱਚ ਭਗਤੀ ਦੇ ਗੀਤ ਵੀ ਗਾਏ ਗਏ ਤੇ ਸ਼ਹਿਰ ਦੀ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉਹ ਸ਼ਖਸੀਅਤ ਸਨ ਜੋ ਆਪਣੀ ਪ੍ਰਜਾ ਵਾਸਤੇ ਆਪਣਾ ਸਭ ਕੁਝ ਨਿਉਛਾਵਰ ਕਰ ਦਿੱਤਾ। ਉਹਨਾਂ ਦੀ ਯਾਦ ਦੇ ਵਿੱਚ ਅਸੀਂ ਹਰ ਸਾਲ ਉਹਨਾਂ ਦੀ ਜਯੰਤੀ ਮਨਾਉਂਦੇ ਹਾਂ। ਉਹ ਸ਼ਖਸੀਅਤ ਇਸ ਤਰੀਕੇ ਦੇ ਨੇ ਜੋ ਕਿ ਹਮੇਸ਼ਾ ਭਾਰਤ ਦੇ ਇਤਿਹਾਸ ਦੇ ਵਿੱਚ ਅਮਰ ਰਹਿਣਗੇ। ਮੈਂ ਡਿੰਪਲ ਰਾਣਾ ਜੀ ਜੋ ਰਾਜਪੂਤ ਛਤਰੀਏ ਸਭਾ ਜੋ ਪੰਜਾਬ ਹੈ ਉਸ ਦੇ ਮਹਾਸਚਿਵ ਨੇ, ਔਰ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਅੱਜ ਇਹ ਆਯੋਜਨ ਕੀਤਾ ਲੁਧਿਆਣਾ ਦੇ ਵਿੱਚ। ਔਰ ਮੈਂ ਇਹੀ ਕਹਾਂਗਾ
ਕਿ ਸਾਡੀ ਸਰਕਾਰ ਵੱਲੋਂ ਜਾਂ ਮੇਰੇ ਵੱਲੋਂ ਨਿੱਜੀ ਤੌਰ ਤੇ ਮੈਂ ਹਮੇਸ਼ਾ ਇਹਨਾਂ ਵਾਸਤੇ ਤਿਆਰ ਰਹਾਂਗਾ। ਜੋ ਵੀ ਵਧੀਆ ਕੰਮ ਇਹ ਕਰ ਰਹੇ ਨੇ ਉਹਦੇ ਵਿੱਚ ਅਸੀਂ ਹਰ ਤਰੀਕੇ ਦਾ ਸਹਿਯੋਗ ਕਰਾਂਗੇ। ਅੱਜ ਮਹਾਰਾਣਾ ਪ੍ਰਤਾਪ ਜੀ ਦੀ 482ਵੀਂ ਜਯੰਤੀ ਲੁਧਿਆਣਾ ਦੇ ਵਿੱਚ ਅਮਰ ਪੈਲੇਸ ਦੇ ਵਿੱਚ ਮਨਾਈ ਗਈ, ਜਿਸ ਵਿੱਚ ਪੰਜਾਬ ਦੇ ਵਿੱਚੋਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕਾਂ ਨੇ ਪਹੁੰਚ ਗਏ। ਹਰ ਵਰਗ ਦੇ, ਹਰ ਸਮਾਜ ਦੇ ਲੋਕਾਂ ਨੇ ਜੋ ਮਹਾਰਾਣਾ ਜੀ ਪ੍ਰਤਾਪ ਜੀ ਦੀ ਸੋਚ ਸੀ ਉਸ 'ਤੇ ਪਹਿਰਾ ਦਿੰਦੇ ਹੋਏ ਅੱਜ ਉਹਨਾਂ ਦੀ ਇੱਥੇ ਜੋ ਜਯੰਤੀ ਹੈ ਉਸ ਦੇ ਵਿੱਚ ਹਿੱਸਾ ਲਿਆ। ਪੰਜਾਬ ਦੇ ਕੋਨੇ-ਕੋਨੇ ਤੋਂ ਜਿੱਥੇ ਲੋਕ ਚੱਲ ਕੇ, ਮੈਂ ਦਿਲ ਦੀ ਗਹਿਰਾਈਆਂ ਤੋਂ ਆਪਣੀ ਸਭਾ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ। ਔਰ ਸਮੁੱਚੀ ਲੀਡਰਸ਼ਿਪ, ਚਾਹੇ ਸਾਡੇ ਰਾਣਾ KP ਜੀ, ਮਹਿੰਦਰ ਸਿੰਘ ਤੰਵਰ ਜੀ, ਕੁੰਵਰ ਵਿਜੇ ਪ੍ਰਤਾਪ ਜੀ, ਭਾਰਤ ਭੂਸ਼ਣ ਆਸ਼ੂ ਜੀ, ਮਦਨ ਲਾਲ ਬੱਗਾ ਜੀ, ਸਮੁੱਚੀ ਲੀਡਰਸ਼ਿਪ ਦਾ ਜਿੱਥੇ ਧੰਨਵਾਦ ਕਰਦਾ, ਉੱਥੇ ਇੱਥੇ ਜਿੰਨੀਆਂ ਸੰਗਤਾਂ ਆਈਆਂ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ। ਔਰ ਖਾਸ ਤੌਰ 'ਤੇ ਸਾਡੇ ਪ੍ਰਸਿੱਧ ਸਮਾਜਿਕ ਜਿਹੜੇ ਧਾਰਮਿਕ ਗਾਇਕ ਕੁਮਾਰ ਸੰਜੀਵ ਜੀ, ਜਿਨ੍ਹਾਂ ਨੇ ਮਹਾਰਾਣਾ ਪ੍ਰਤਾਪ ਜੀ ਦੀ ਗਾਥਾ ਗਾਈ ਹੈ, ਉਹਨਾਂ ਦੀ ਗਾਣੇ ਗਾਏ, ਮੈਂ ਉਹਨਾਂ ਦਾ ਵੀ ਆਪਣੀ ਸਭਾ ਵੱਲੋਂ ਧੰਨਵਾਦ ਕਰਦਾ। ਅੱਜ ਪੰਜਾਬ ਰਾਜਪੂਤ ਸਭਾ ਵੱਲੋਂ ਮਹਾਰਾਣਾ ਪ੍ਰਤਾਪ ਜੀ ਨੂੰ ਯਾਦ ਕਰਨ ਲਈ, ਉਹਨਾਂ ਪ੍ਰਤੀ ਸ਼ਰਧਾ ਭੇਟ ਕਰਨ ਲਈ ਲੁਧਿਆਣੇ ਵਿੱਚ ਰਾਜ ਪੱਧਰੀ ਸਮਾਗਮ ਕਰਕੇ ਉਹਨਾਂ ਨੂੰ ਸ਼ਰਧਾ ਅਰਪਣ ਕੀਤੀ ਗਈ, ਉਹਨਾਂ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਗਿਆ। ਸੋ ਮੈਂ ਅੱਜ ਦੇ ਮੁਬਾਰਕ ਮੌਕੇ 'ਤੇ ਪੰਜਾਬ ਰਾਜਪੂਤ ਸਭਾ ਦੇ ਪ੍ਰਧਾਨ ਡਿੰਪਲ ਰਾਣਾ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ, ਉਹਨਾਂ ਦਾ ਸ਼ੁਕਰੀਆ ਕਰਦਾ ਕਿ ਉਹਨਾਂ ਨੇ ਇਸ ਦੇਸ਼ ਦੇ ਮਹਾਨ ਸਪੂਤ, ਜਿਨ੍ਹਾਂ ਨੇ ਆਜ਼ਾਦੀ ਖਾਤਰ ਉਹ ਲੜਾਈ ਲੜੀ ਕਿ ਜਦ ਤੱਕ ਦੁਨੀਆ 'ਚ ਕੌਮਾਂ ਆਜ਼ਾਦੀ ਲਈ ਲੜਨਗੀਆਂ, ਕੌਮਾਂ ਆਜ਼ਾਦੀ 'ਤੇ ਮਰ ਮਿਟਣਗੀਆਂ, ਤਾਂ ਉਹਨਾਂ ਦੇ ਵਿੱਚ ਸ਼੍ਰੋਮਣੀ ਤੌਰ 'ਤੇ ਮਹਾਰਾਣਾ ਪ੍ਰਤਾਪ ਜੀ ਦਾ ਨਾਂ ਹਮੇਸ਼ਾ ਯਾਦ ਕੀਤਾ ਜਾਏ। ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ। ਪੰਜਾਬ ਵਿੱਚ ਤੇਰੇ ਤਲਾਕ ਦਾ ਪਹਿਲਾ ਮਾਮਲਾ ਆਇਆ ਸਾਹਮਣੇ। ਖੰਨਾ 'ਚ ਮੁਸਲਿਮ ਪਰਿਵਾਰ ਨੇ ਕੀਤੀ ਸ਼ਿਕਾਇਤ। ਤੇਰੇ ਤਲਾਕ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ। ਸਹੁਰੇ ਪਰਿਵਾਰ ਨੇ ਕਾਰ ਦੀ ਕੀਤੀ ਸੀ ਮੰਗ। ਕੈਪਟਨ ਅਮਰਿੰਦਰ ਸਿੰਘ ਤੇ ਵਰੇ ਸ਼ਮਸ਼ੇਰ ਸਿੰਘ ਦੁੱਲੋ ਕਿਹਾ ਕਿ ਕੈਪਟਨ ਨੇ ਭ੍ਰਿਸ਼ਟ ਮੰਤਰੀ ਬਖਸ਼ੇ ਕਿਉਂ। ਕਿਹਾ ਕਿ ਕੈਪਟਨ ਦੀ ਛਤਰ ਛਾਇਆ 'ਚ ਹੋ ਰਿਹਾ ਸੀ ਭ੍ਰਿਸ਼ਟਾਚਾਰ। ਹਲਕਾ ਆਤਮਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕੀਤਾ ਕੇਂਦਰੀ ਜੇਲ੍ਹ ਦਾ ਦੌਰਾ। ਕੈਦੀਆਂ ਲਈ ਦਵਾਈਆਂ ਕਰਵਾਈਆਂ ਮੁਹੱਈਆ। ਕਿਸਾਨ ਜਥੇਬੰਦੀਆਂ ਦੀ ਹੋਈ ਅਹਿਮ ਬੈਠਕ। ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜ਼ੇ ਦੇਣ ਦੀ ਕੀਤੀ ਗੱਲਬਾਤ। ਦੱਸਿਆ ਕਿ ਕਿਸਾਨਾਂ ਦੀ 8 ਜੂਨ ਨੂੰ ਹੋਵੇਗੀ ਕੌਮੀ ਮੀਟਿੰਗ। ਦੇਸ਼ ਭਰ ਦੀਆਂ ਜਥੇਬੰਦੀਆਂ ਹੋਣਗੀਆਂ ਸ਼ਾਮਲ। ਫਿਲਹਾਲ ਲੁਧਿਆਣਾ ਖਬਰਨਾਮਾ ਵਿੱਚ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।